ਸਟਾਰਟਅਪ ਵਿੱਚ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੈ, ਸਟਾਰਟਅਪ ਦੇ ਵਿੱਚ ਅਸੀਂ ਤੁਹਾਡੇ ਨਾਲ ਵੱਖ-ਵੱਖ ਜਿਹੜੇ ਕਰੰਟ ਇਸ਼ੂਜ਼ ਹੁੰਦੇ ਨੇ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ, ਵਿਚਾਰ ਚਰਚਾ ਕਰਦੇ ਹਾਂ। ਅੱਜ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ ਇਜ਼ਰਾਈਲ ਅਤੇ ਫਲਸਤੀਨ ਦਾ ਜਿਹੜਾ ਵਿਵਾਦ ਛਿੜਿਆ ਹੋਇਆ ਹੈ, ਅਤੇ ਨਾਲ ਦੀ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਕੋਵਿਡ ਦੀ। ਅਤੇ ਇਜ਼ਰਾਈਲ ਅਤੇ ਫਿਲਸਤੀਨ ਦਾ ਜਿਹੜਾ ਮਸਲਾ ਹੈ ਉਹਦੇ ਪ੍ਰਫੇਕ ਦੇ ਵਿੱਚ ਇਹ ਗੱਲ ਕਰਾਂਗੇ ਵੀ ਕੈਨੇਡਾ ਦੇ ਵਿੱਚ ਉਸ ਦਾ ਕੀ ਅਸਰ ਪੈ ਰਿਹਾ ਹੈ। ਕੈਨੇਡਾ ਇੱਕ ਮਲਟੀਕਲਚਰਿਜ਼ਮ ਦੇਸ਼ ਦੇ ਤੌਰ 'ਤੇ ਹੁਣ ਕਾਫੀ ਮਸ਼ਹੂਰ ਹੈ। ਸੋ ਕੀ ਇਸ ਨਵੇਂ ਵਿਵਾਦ ਦਾ ਇੱਥੇ ਕੀ ਅਸਰ ਪੈ ਰਿਹਾ, ਸੋ ਇਸ ਦੇ ਨਾਲ ਹੋਰ ਕਿਹੜੀਆਂ ਚੀਜ਼ਾਂ ਨੇ ਜੁੜੀਆਂ ਹੋਈਆਂ ਨੇ, ਇਹਦੇ ਬਾਰੇ ਅੱਜ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ। ਪਰ ਇਸ ਵਿਚਾਰ ਚਰਚਾ 'ਤੇ ਮੇਰੇ ਨਾਲ ਸ਼ਾਮਲ ਹੋਣਗੇ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਅੱਛਾ ਹਰਕੀਰਤ ਜੀ, ਤੁਸੀਂ ਵੀ ਕਾਫੀ ਇਸ ਚੀਜ਼ 'ਤੇ ਨਿਗਾਹ ਮਾਰੀ ਹੋਣੀ ਆ। ਪਿਛਲੇ ਦਿਨਾਂ ਤੋਂ ਜਿਹੜਾ ਇਜ਼ਰਾਈਲ ਨੇ ਫਿਲਸਤੀਨ ਦੇ ਉੱਤੇ ਹਮਲਾ ਕੀਤਾ, ਉਸ ਤੋਂ ਬਾਅਦ ਜੋ ਕੁਝ ਵਾਪਰਿਆ ਹੈ, ਸੋ ਇਹ ਜਿਹੜਾ ਮੁੱਦਾ ਇੱਕ ਵਾਰ ਫਿਰ ਮਸਲਾ ਕਾਫੀ ਭਖ ਗਿਆ ਹੈ। ਪਹਿਲਾਂ ਤਾਂ ਥੋੜ੍ਹਾ ਜਿਹਾ ਇਹਦੇ ਬਾਰੇ ਤੁਸੀਂ ਦੱਸੋ ਵੀ ਕਿਵੇਂ ਇਸ ਨੂੰ ਦੇਖਦੇ ਹੋ। ਦੇਖੋ ਜੀ, ਇਹ ਇੱਕ ਔਨਗੋਇੰਗ ਮਸਲਾ ਹੈ ਔਰ ਸਰਕਾਰਾਂ ਵੀ ਮੈਨੂੰ ਲੱਗਦਾ ਕਿ ਸਰਕਾਰਾਂ ਕਿਤੇ ਨਾ ਕਿਤੇ ਉਹਨੂੰ ਸੋਲਵ ਨਹੀਂ ਹੋਣ ਦੇਣਾ ਚਾਹੁੰਦੀਆਂ ਹੈਗੀਆਂ ਨੇ। ਅਦਰਵਾਈਜ਼ ਕੋਈ ਇਹੋ ਜਿਹੀ ਚੀਜ਼ ਨਹੀਂ ਹੁੰਦੀ ਹੈਗੀ ਜਿਹਨੂੰ ਆਪਾਂ ਟੇਬਲ 'ਤੇ ਬੈਠ ਕੇ ਸੋਲਵ ਨਾ ਕਰ ਸਕਦੇ। ਬਿਲਕੁਲ, ਹਾਂਜੀ। ਲੇਕਿਨ ਉੱਥੇ ਕਿਤੇ ਨਾ ਕਿਤੇ ਜਿੱਥੇ ਧਰਮ ਆ ਜਾਂਦਾ, ਧਰਮ ਵਿੱਚ ਫਿਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਨੇ ਉਹ ਸਾਹਮਣੇ ਆਉਂਦੇ ਨੇ, ਜਿਹਨੂੰ ਆਪਾਂ ਕੋਈ ਮੋਡਰੇਟ ਧਰਮ ਦੇ ਲੋਕ ਕਹਿੰਦੇ ਆ, ਕੋਈ ਆਪਾਂ ਲਿਬਰਲ ਕਹਿੰਦੇ ਆ, ਔਰ ਕੋਈ ਆਪਾਂ ਕੱਟੜ ਕਹਿੰਦੇ ਆ, ਫਨੈਟਿਕਸ ਕਹਿੰਦੇ ਆ। ਔਰ ਫਿਰ ਉਹ ਫਨੈਟਿਕ ਦਾ ਅੱਗੇ ਇੱਕ ਹੋਰ ਸਟੇਜ ਹੁੰਦੀ ਹੈ ਜਿੱਥੇ ਫਿਰ ਉਹ ਆਪਾਂ ਉਸ ਗੱਲ ਨੂੰ ਨਹੀਂ ਅੱਗੇ ਟੈਰਰਿਜ਼ਮ ਦੇ ਵਿੱਚ ਗੱਲ ਆ ਜਾਂਦੀ ਹੈ ਉਸ ਚੀਜ਼ ਦੇ ਵਿੱਚ। ਸੋ ਲੇਕਿਨ ਕੈਨੇਡਾ ਇੱਕ ਇਹੋ ਜਿਹਾ ਕੰਟਰੀ ਹੈ ਜਿਹਨੂੰ ਤੁਸੀਂ ਗੱਲ ਕੀਤੀ ਸੀ ਕਿ ਮਲਟੀਕਲਚਰ ਦਾ ਮਤਲਬ ਇਹ ਹੈ ਕਿ ਹਰ ਕੰਟਰੀ ਦੇ ਲੋਕ ਆ ਕੇ ਇੱਥੇ ਸੁਖ ਸ਼ਾਂਤੀ ਨਾਲ ਆਪਣੇ ਬ੍ਰਾਈਟ ਫਿਊਚਰ ਬੱਚਿਆਂ ਦੇ ਭਵਿੱਖ ਨੂੰ ਸਹੀ ਬਣਾ ਕੇ ਰਹਿ ਸਕਦੇ ਨੇ। ਲੇਕਿਨ ਮੈਂ ਇਹ ਕੁਝ ਸਮੇਂ ਤੋਂ ਦੇਖ ਰਿਹਾ ਕਿ ਅਸੀਂ ਆਪਣਾ ਜਿਹੜਾ ਬੈਗੇਜ ਹੈ ਉਹ ਅਸੀਂ ਜਦ ਵੀ ਅਸੀਂ ਕਿੱਥੇ ਆਉਂਦੇ ਹਾਂ ਤਾਂ ਸ਼ਾਇਦ ਅਸੀਂ ਨਾਲ ਲੈ ਆਉਂਦੇ ਹਾਂ ਅਤੇ ਉਹਨੂੰ ਅਸੀਂ ਲਾਹ ਕੇ ਛੱਡ ਕੇ ਨਹੀਂ ਆਉਂਦੇ ਹੈਗੇ। ਮੈਂ ਬੈਗੇਜ ਦੀ ਗੱਲ ਕਰ ਰਿਹਾ ਕਿ ਜਿਹੜਾ ਮੈਂਟਲ ਜਾਂ ਤੁਹਾਡੇ ਦਿਲ ਦੇ ਉੱਪਰ ਜਾਂ ਤੁਹਾਡੇ ਆਤਮਿਕ ਤੌਰ ਦੇ ਉੱਪਰ ਜਿਹੜਾ ਤੁਹਾਡਾ ਬੈਗੇਜ ਹੁੰਦਾ ਉਹ ਫਿਰ ਦੇਖੋ, ਅਸੀਂ ਜਿਹਨਾਂ ਕੰਟਰੀ ਤੋਂ ਆਏ ਹਾਂ, ਅਸੀਂ ਆਏ ਕਿਉਂ ਆ? ਪਹਿਲੀ ਗੱਲ ਤਾਂ ਵੀ ਅਸੀਂ ਕੀ ਉੱਥੇ ਤੋਂ ਭੱਜ ਕੇ ਆਏ ਹਾਂ, ਜਾਂ ਸਾਡੀ ਚੋਇਸ ਸੀ ਉਹ, ਜਾਂ ਸਾਡਾ ਸੁਪਨਾ ਸੀ, ਜਾਂ ਸਾਡਾ ਬੱਚੇ ਦਾ ਭਵਿੱਖ ਸੀ, ਜਾਂ ਸਾਡਾ ਆਪਣਾ ਭਵਿੱਖ ਸੀ। ਸੋ ਇਹ ਸਾਰੀਆਂ ਗੱਲਾਂ ਨੂੰ ਜੇ ਆਪਾਂ ਸਮ ਅਪ ਕਰੀਏ ਤਾਂ ਇਹ ਥੋੜ੍ਹਾ ਪਾ ਕੇ ਆਪਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਤਾਂ ਅਸੀਂ ਆਏ ਹਾਂ ਇੱਥੇ। ਬਿਲਕੁਲ, ਹਾਂਜੀ। ਜਿਵੇਂ ਕਿ ਆਪਾਂ ਗੱਲ ਇੱਥੋਂ ਸ਼ੁਰੂ ਕੀਤੀ ਆ ਵੀ ਜਿਹੜਾ ਇਜ਼ਰਾਈਲ ਅਤੇ ਫਲਸਤੀਨ ਦਾ ਹੁਣ ਜਿਹੜੀ ਤਾਜ਼ੀ ਘਟਨਾ ਹੈ, ਮੇਰਾ ਇਸ ਇਸ਼ੂ 'ਤੇ ਗੱਲ ਕਰਨ ਦਾ ਮਕਸਦ ਇਹ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਖਾਸ ਕਰਕੇ ਜਿਹੜੇ ਵੱਡੇ ਸ਼ਹਿਰ ਨੇ ਜਿਵੇਂ ਟੋਰਾਂਟੋ, ਮੌਂਟਰੀਆਲ, ਵੈਨਕੂਵਰ, ਇਹਨਾਂ ਸ਼ਹਿਰਾਂ ਦੇ ਵਿੱਚ ਕਾਫੀ ਜਿਹੜੇ ਮੁਜ਼ਾਹਰੇ ਹੋਏ ਨੇ ਫਲਸਤੀਨੀਆਂ ਵੱਲੋਂ ਇਜ਼ਰਾਈਲ ਵੱਲੋਂ ਜੋ ਉਹਨਾਂ 'ਤੇ ਹਮਲਾ ਕੀਤਾ ਗਿਆ ਉਹਦੇ ਵਿਰੋਧ ਦੇ ਵਿੱਚ। ਅਤੇ ਇੱਕ ਜਿਹੜੀ ਘਟਨਾ ਉਹ ਇਹਦੇ ਵਿੱਚ ਇਹ ਸਾਹਮਣੇ ਆਈ ਵੀ ਇੱਕ ਬਜ਼ੁਰਗ ਨੂੰ ਜਿਹੜਾ ਮੇਰੇ ਖਿਆਲ ਜੂਇਸ਼ ਕਮਿਊਨਿਟੀ ਦੇ ਨਾਲ ਸੰਬੰਧਿਤ ਸੀ, ਉਹਦੀ ਕੁੱਟਮਾਰ ਕੀਤੀ ਗਈ। ਬਿਲਕੁਲ ਸਮਝ ਜੀ, ਮੈਂ ਉੱਥੇ ਹੀ ਗੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜੋ ਸਾਰਾ ਸਿਨੈਰੀਓ ਹੋ ਰਿਹਾ ਹੈ, ਹਾਂਜੀ, ਸ਼ਾਇਦ ਕਿਤੇ ਨਾ ਕਿਤੇ ਅਸੀਂ ਉਹ ਆਪਣੇ ਬੈਗੇਜ ਨੂੰ ਨਾਲ ਲਿਆ ਕੇ ਇੱਥੇ ਉਹਨੂੰ ਹੁਣ ਖੋਲ ਰਹੇ ਹਾਂ। ਉਹ ਬੈਗੇਜ ਨੂੰ ਅਸੀਂ ਇਸ ਕੰਟਰੀ ਵਿੱਚ ਖੋਲ ਰਹੇ ਹਾਂ ਜਿੱਥੇ ਉਹਦੀ ਕੋਈ ਜਿਹੜੀ ਰੈਲੇਵੈਂਸੀ ਹੈ ਉਹ ਮੈਨੂੰ ਜ਼ਿਆਦਾ ਨਹੀਂ ਲੱਗਦੀ ਹੈਗੀ ਹੈ। ਕਿਉਂਕਿ ਦੇਖੋ ਇੰਨੇ ਕੰਟਰੀ ਨੇ, ਸਪੋਜ਼ ਆਪਾਂ ਜਦੋਂ ਗੱਲ ਕਰੀਏ ਸੀ ਕਿਸੇ ਵੀ ਦੇਸ਼ ਦੀ ਗੱਲ ਕਰੀਏ, ਜੋ ਉੱਥੇ ਹੋ ਰਿਹਾ ਹੁੰਦਾ ਅਸੀਂ ਉਹਨੂੰ ਰਿਐਕਟ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਹਾਂ। ਔਰ ਰਿਐਕਟ ਕਰਨ ਵਿੱਚ ਮੈਂ ਨਹੀਂ ਕਹਿੰਦਾ ਕਿ ਰਿਐਕਟ ਨਹੀਂ ਕਰਨਾ ਚਾਹੁੰਦਾ, ਦੈਟ ਇਜ਼ ਵੈਰੀ ਪਰਸਨਲ ਥਿੰਗ, ਠੀਕ ਹੈ ਨਾ। ਔਰ ਹਾਂ, ਪਰਸਨਲ ਦੇ ਨਾਲ ਉਹ ਪਬਲਿਕ ਵੀ ਹੋ ਜਾਂਦੀ ਹੈ ਜਦ ਅਸੀਂ ਉਹਨੂੰ ਪਬਲਿਕ ਵਿੱਚ ਜਾ ਕੇ ਮੁਜ਼ਾਹਰਾ ਕਰਦੇ ਹੈਗੇ। ਲੇਕਿਨ ਉਹ ਮੁਜ਼ਾਹਰਾ ਜਦ ਤੱਕ ਜੇ ਪੀਸਫੁਲ ਹੋਵੇ ਜਾਂ ਉਹ ਜਿਹੜੇ ਲੋਕਾਂ ਵਾਸਤੇ ਕੀਤਾ ਜਾਂਦਾ ਹੋਵੇ ਉਹਨਾਂ ਦੀ ਕੰਨੀ ਗੱਲ ਪਵੇ, ਜਦ ਤੱਕ ਉਹ ਸਹੀ ਹੈ। ਜਦੋਂ ਇਨਕਨਵੀਨੀਅੰਸ ਹੋ ਜਾਂਦਾ ਹੈਗਾ, ਲੋਕਾਂ ਦਾ ਮਜ਼ਾਕ ਬਣ ਜਾਂਦਾ ਹੈਗਾ, ਜਦ ਉਹ ਚੀਜ਼ ਦਾ ਫਿਰ ਉਹਦੀ ਜਿਹੜੀ ਵੈਲਿਊ ਹੈ ਉਹ ਖਤਮ ਹੋ ਜਾਂਦੀ ਹੈ। ਬਿਲਕੁਲ, ਜੇ ਗੱਲ ਕਰੀਏ ਜਿਹੜੇ ਕੈਨੇਡੀਅਨ ਚਾਰਟਰ ਆਫ ਰਾਈਟਸ ਦੀ ਪ੍ਰੋੜਤਾ ਕਰਦੇ ਨੇ ਵੀ ਸਰਕਾਰ ਨੇ ਜਿਹੜਾ ਇੱਥੇ ਦੀ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਵੀ ਹਰੇਕ ਨੂੰ ਹੱਕ ਹੈ ਆਪਣੀ ਡੈਮੋਨਸਟ੍ਰੇਸ਼ਨ ਕਰ ਸਕਦਾ, ਆਪਣੇ ਵਿਚਾਰ ਪ੍ਰਗਟ ਕਰ ਸਕਦਾ, ਬਿਨਾਂ ਸ਼ੱਕ ਹਰੇਕ ਨੂੰ ਹੱਕ ਹੈ। ਪਰ ਉਦੋਂ ਤੱਕ ਹੱਕ ਹੈ ਜਦੋਂ ਤੁਸੀਂ ਇੱਕ ਲਿਮਿਟ ਦੇ ਵਿੱਚ ਰਹਿੰਦੇ ਹੋ। ਜਦੋਂ ਉਹੀ ਚੀਜ਼ ਕਿਸੇ ਦੂਸਰੇ ਲਈ ਨੁਕਸਾਨਦੇਹ ਜਾਂ ਕਿਸੇ ਦੂਸਰੇ ਲਈ ਡਿਸਟਰਬੈਂਸ ਪੈਦਾ ਕਰਦੀ ਹੈ, ਉਹਦਾ ਫਿਰ ਨੁਕਸਾਨ ਹੈ ਫਾਇਦਾ ਹੋਣ ਦੀ ਜਗ੍ਹਾ 'ਤੇ। ਦੇਖੋ, ਦੂਸਰੀ ਗੱਲ ਇਹ ਕਿ ਅਸੀਂ ਪਾਕਟਸ ਬਣਾ ਲਈਆਂ ਨੇ, ਅਸੀਂ ਉਹ ਪਾਕਟਸ ਵਿੱਚ ਆਪਣੇ ਆਪ ਨੂੰ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹੌਲੀ ਹੌਲੀ ਅਸੀਂ ਇੰਡੀਵਿਜੂਅਲ ਤੌਰ 'ਤੇ ਵੀ ਅਸੀਂ ਕੋਕੂਨ ਦੇ ਵਿੱਚ ਚਲੇ ਗਏ ਹਾਂ।
ਤਾਂ ਕਿ ਅਸੀਂ ਆਪਣੇ ਆਪ ਜਿਹੜਾ ਦਾਇਰਾ ਬਣਾਇਆ ਹੈ ਉਹਦੇ ਵਿੱਚ ਹੀ ਅਸੀਂ ਰਹਿਣਾ ਚਾਹੁੰਦੇ ਹਾਂ, ਕਿਉਂਕਿ ਜਿਹੜਾ ਫਲੋ ਆਫ ਇਨਫੋਰਮੇਸ਼ਨ ਹੈ ਉਹ ਕਿਸ ਤਰ੍ਹਾਂ ਦਾ ਹੈ, ਝੂਠੀਆਂ ਅਫਵਾਹਾਂ ਕਿਸ ਤਰ੍ਹਾਂ ਦੀਆਂ ਨੇ, ਝੂਠੀਆਂ ਜਿਹੜੀਆਂ ਤੁਹਾਨੂੰ ਖਬਰਾਂ ਮਿਲਦੀਆਂ ਨੇ ਉਹ ਕਿਸ ਤਰ੍ਹਾਂ ਦੀਆਂ, ਉਹ ਤੁਸੀਂ ਕਿੱਦਾਂ ਰਿਐਕਟ ਕਰਦੇ ਹੋ, ਇਹ ਸਾਰੀ ਚੀਜ਼ਾਂ ਦਾ ਮਤਲਬ ਕਿਤੇ ਨਾ ਕਿਤੇ ਅਸਰ ਪੈਂਦਾ ਹੈਗਾ। ਸਾਰੀ ਚੀਜ਼ ਦਾ ਕੈਨੇਡਾ ਸਰਕਾਰ ਨੂੰ ਇਹ ਜ਼ਰੂਰ ਚਾਹੀਦਾ ਕਿ ਕਿਤੇ ਨਾ ਕਿਤੇ ਸਾਡੀ ਮੈਂਟਲ ਹੈਲਥ ਦਾ ਵੀ ਇਸ ਚੀਜ਼ ਦਾ ਸਵਾਲ ਪੈਦਾ ਹੋ ਜਾਂਦਾ ਹੈ। ਕਿਉਂਕਿ ਜੇ ਅਸੀਂ ਡੈਫੀਨਿਟਲੀ ਕਿਤੇ ਨਾ ਕਿਤੇ ਆਪਾਂ ਆਪਣੇ ਆਪ ਨੂੰ ਜਸਟੀਫਾਈ ਕਰ ਰਹੇ ਹਾਂ ਔਰ ਉਹਨੂੰ ਮਾੜੇ ਕੰਮ ਨੂੰ ਵੀ ਚੰਗੇ ਕੰਮ ਨੂੰ ਵੀ, ਤਾਂ ਉਹ ਕਿਤੇ ਨਾ ਕਿਤੇ ਸਾਡੀ ਮੈਂਟਲ ਹੈਲਥ ਨੂੰ ਦਰਸਾਉਂਦਾ ਕਿ ਸਾਡੀ ਸਟੇਜ ਆਫ ਮਾਈਂਡ ਕੀ ਹੈ। ਬਿਲਕੁਲ। ਅੱਛਾ, ਆਪਾਂ ਹਰਗੀਰਤ ਜੀ ਗੱਲ ਕਰ ਰਹੇ ਸੀਗੇ, ਤੁਸੀਂ ਵੀ ਜ਼ਿਕਰ ਕੀਤਾ ਜਿਹੜਾ ਕੈਨੇਡਾ ਵਿੱਚ ਮਲਟੀਕਲਚਰਿਜ਼ਮ ਹੈ। ਜਦੋਂ ਹਾਰਪਰ ਸਰਕਾਰ ਆਈ ਸੀ ਉਹਦੇ ਵਿੱਚ ਜਦੋਂ ਇਮੀਗ੍ਰੇਸ਼ਨ ਮੰਤਰੀ ਸੀ ਜੇਸਨ ਕੈਨੀ, ਜਿਹੜੇ ਕਿ ਹੁਣ ਅਲਬਰਟਾ ਦੇ ਪ੍ਰੀਮੀਅਰ ਨੇ, ਸੋ ਉਹਨਾਂ ਨੇ ਇਸ ਚੀਜ਼ ਨੂੰ ਬੜਾ ਪ੍ਰਮੋਟ ਕੀਤਾ ਸੀ, ਮਲਟੀਕਲਚਰਿਜ਼ਮ ਲੈ ਕੇ ਹੀ ਜਿਹੜੀ ਕੰਜ਼ਰਵੇਟਿਵ ਸਰਕਾਰ ਆਈ ਸੀ। ਸੋ ਜੇਸਨ ਕੈਨੀ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਰਹਿੰਦੇ ਹੋਏ ਇਸ ਚੀਜ਼ ਦਾ ਬੜਾ ਲਾਭ ਲਿਆ। ਹਰ ਜਗ੍ਹਾ ਤੇ ਉਹਨਾਂ ਨੇ ਮਲਟੀਕਲਚਰਿਜ਼ਮ ਨੂੰ ਪ੍ਰਮੋਟ ਕੀਤਾ ਵੀ ਜਿਹੜੀਆਂ ਵੱਖ-ਵੱਖ ਦੇਸ਼ਾਂ ਦੇ ਲੋਕ ਇੱਥੇ ਆ ਕੇ ਰਹਿੰਦੇ ਨੇ, ਸੋ ਮਿਲਵਰਤਨ ਦੇ ਨਾਲ ਰਹਿਣ, ਆਪਸੀ ਭਾਈਚਾਰਾ ਬਣਿਆ ਰਹੇ, ਹਾਰਮੋਨੀ ਦੇ ਵਿੱਚ ਰਹਿਣ। ਪਰ ਜੋ ਪਿਛਲੇ ਦਿਨਾਂ ਤੋਂ, ਜੋ ਪਿਛਲੇ ਸਾਲਾਂ ਦੇ ਵਿੱਚ ਦੇਖਣ ਨੂੰ ਮਿਲਿਆ, ਉਹਦਾ ਮੇਰਾ ਖਿਆਲ ਹੈ, ਇਹ ਮੇਰੇ ਆਪਣੇ ਨਿੱਜੀ ਵਿਚਾਰ ਨੇ, ਵੀ ਉਹਦਾ ਫਾਇਦਾ ਹੋਣ ਦੀ ਜਗ੍ਹਾ ਜਿਹੜਾ ਹੁਣ ਨੁਕਸਾਨ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਬਿਲਕੁਲ। ਉਹ ਦੇਖੋ ਸਮਝ, ਤੁਸੀਂ ਪਹਿਲਾਂ ਜੋ ਗੱਲ ਕੀਤੀ ਹੈ ਕਿ ਹਰ ਚੀਜ਼ ਦੀ ਇੱਕ ਲਿਮਿਟ ਹੋਣਾ, ਔਰ ਸਰਕਾਰ ਨੂੰ ਕਿਤੇ ਨਾ ਕਿਤੇ ਉਸ ਚੀਜ਼ ਨੂੰ ਕਿ ਤੁਹਾਡਾ ਰਾਈਟ ਹੈ, ਲੇਕਿਨ ਉਹ ਕਦ ਤੱਕ ਕਿੰਨੀ ਕੀ ਰਾਈਟ ਦੀ ਹੱਦ ਕੀ ਹੈ ਉਸ ਚੀਜ਼ ਦੀ। ਉਹ ਰਾਈਟ ਦਾ ਮਤਲਬ ਇਹ ਨਹੀਂ ਕਿ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਉਸ ਰਾਈਟ ਦਾ ਹੱਦ, ਜਦ ਉਹ ਰਾਈਟ ਦੀ ਹੱਦ ਮਤਲਬ ਇਹ ਹੈ ਕਿ ਜਦ ਕੈਨੇਡੀਅਨ ਲਾਅ ਕਿੱਥੇ ਸ਼ੁਰੂ ਹੁੰਦਾ ਹੈ, ਸੋ ਕੈਨੇਡੀਅਨ ਲਾਅ ਦੀ ਜਿਹੜੀ ਹੱਦ ਹੈ ਉਹ ਵੀ ਤਾਂ ਕਿਤੇ ਸ਼ੁਰੂ ਹੁੰਦੀ ਹੈ ਨਾ। ਬਿਲਕੁਲ। ਜੇ ਆਪਾਂ ਕਹੀਏ ਹਰ ਚੀਜ਼ ਮੇਰਾ ਰਾਈਟ ਹੈ, ਫਿਰ ਲਾਅ, ਇਹਦਾ ਮਤਲਬ ਲਾਅ ਵੀ ਤੁਹਾਡਾ, ਲਾਅ ਨੂੰ ਤੋੜਨਾ ਵੀ ਤੁਹਾਡਾ ਰਾਈਟ ਹੈ। ਮੇਰੇ ਖਿਆਲ ਸਰਕਾਰਾਂ ਦੇ ਆਪਾਂ ਜੇ ਗੱਲ ਕਰੀਏ ਤਾਂ ਸਰਕਾਰਾਂ ਮੇਰੇ ਖਿਆਲ ਚਲੋ ਲਾਅ ਤਾਂ ਸਰਕਾਰਾਂ ਬਣਾਉਂਦੀਆਂ, ਪਰ ਕਈ ਵਾਰੀ ਵੋਟ ਬੈਂਕ ਨੂੰ ਜ਼ਿਆਦਾ ਉਹ ਮੋਹਰੇ ਰੱਖਦੀਆਂ ਨੇ। ਇਹ ਅੱਜ ਦੀ ਸਥਿਤੀ ਤੁਸੀਂ ਬਿਲਕੁਲ ਬਿਆਨ ਕਰ ਰਹੇ ਹੋ ਕਿ ਜਦ ਤੁਸੀਂ ਗੱਲ ਕੀਤੀ ਹੈ ਕਿ ਕੰਜ਼ਰਵੇਟਿਵ ਸਰਕਾਰ ਨੇ ਇਹ ਬਣਾਇਆ ਸੀ, ਮਲਟੀਕਲਚਰਲ ਲਾਅ ਬਣਾਇਆ ਸੀ, ਤਾਂ ਉਸ ਟਾਈਮ ਉਹ ਚਾਹੁੰਦੇ ਸੀ ਕਿ ਹਰ ਬੰਦੇ ਨੂੰ ਇੱਕ ਆਪਣਾ, ਜਦ ਕੈਨੇਡਾ ਆਵੇ ਉਹਨੂੰ ਇਹ ਨਾ ਲੱਗੇ ਕਿ ਮੈਂ ਆਊਟ ਆਫ ਦਾ ਵਰਲਡ ਹੈ, ਮੈਂ ਆਊਟ ਆਫ ਦਾ ਪਲੇਸ ਹੈ, ਉਹ ਐਜ਼ ਅ ਹੋਮ ਆਪਣੇ ਆਪ ਨੂੰ ਫੀਲ ਕਰੇ, ਆਪਣਾ ਘਰ ਲੱਗੇ ਉਹਨੂੰ। ਸੋ ਲੇਕਿਨ ਜੇ ਆਪਣੇ ਘਰ, ਇਹਦਾ ਮਤਲਬ ਇਹ ਨਹੀਂ ਕਿ ਜੇ ਉਹ ਛੱਡ ਕੇ ਆਪਣਾ ਘਰ ਹੈ ਉਹ ਜਿਹਾ ਉਹਨੂੰ ਬਣਾ ਲਵੇ, ਰਹੇ ਕੈਨੇਡੀਅਨ ਵੈਲਿਊਜ਼ ਦੇ ਨਾਲ, ਲੇਕਿਨ ਕੰਫਰਟੇਬਲ ਹੋ ਕੇ ਰਹੇ ਉਹ ਚੀਜ਼। ਹੁਣ ਕੀ ਹੈ, ਹੁਣ ਆਪਾਂ ਕੀ ਕਰ ਰਹੇ ਹਾਂ, ਆਪਾਂ ਨੂੰ ਸ਼ਾਇਦ ਹੌਲੀ ਜੋ ਛੱਡ ਕੇ ਆਏ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਦੇ 'ਚ ਬਹੁਤ ਵੱਡਾ ਮੈਨੂੰ ਜੋ ਲੱਗਦਾ ਕਿਤੇ ਨਾ ਕਿਤੇ ਹੱਥ ਜਿਹੜੀ ਹੁਣ ਸਰਕਾਰ ਹੈ ਜਾਂ ਪਿਛਲੇ 10 ਸਾਲਾਂ ਤੋਂ ਇਹ ਰਾਜ ਕਰ ਰਹੇ ਨੇ, ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਵੋਟ ਬੈਂਕ ਜਿਹੜਾ ਵੱਲ ਤਰਜੀਹ ਦਿੱਤੀ ਜਾ ਰਹੀ ਹੈ, ਆਪਣੇ ਪਰਸਨਲ ਇੰਟਰਸਟ ਵੱਲ ਤਰਜੀਹ ਦਿੱਤੀ ਜਾ ਰਹੀ ਹੈ, ਔਰ ਕਿਤੇ ਨਾ ਕਿਤੇ ਆਉਣ ਵਾਲਾ ਜਿਹੜਾ ਫਿਊਚਰ ਹੈ, ਲੋਕਾਂ ਦਾ ਜਿਹੜਾ ਫਿਊਚਰ ਹੈ, ਉਹ ਕਿਤੇ ਨਾ ਕਿਤੇ ਉਹਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸੋ ਕਿਤੇ ਨਾ ਕਿਤੇ ਤੇ ਨੱਥ ਪਾਉਣੀ ਜ਼ਰੂਰੀ ਹੈ, ਔਰ ਮੈਂ ਸਭ ਨੂੰ ਕਹਿਣਾ ਕਿ ਅਸੀਂ ਉਹੀ ਨੁਮਾਇੰਦੇ ਚੁਣ ਕੇ ਭੇਜੀਏ ਜਿਹੜੇ ਨੁਮਾਇੰਦੇ ਲੋਕਾਂ ਦੀ ਪੱਖ ਦੀ ਗੱਲ ਕਰਨ, ਨਾ ਕਿ ਵੋਟ ਬੈਂਕ ਦੀ ਗੱਲ ਕਰਨ। ਵੋਟਾਂ ਨੂੰ ਮੱਦੇਨਜ਼ਰ ਰੱਖ ਕੇ ਉਹ ਆਪਣੀ ਪਾਲਿਸੀਜ਼ ਬਣਾਉਣ। ਹਰਗੀਰਤ ਜੀ, ਮੰਦਭਾਗੀ ਗੱਲ ਤਾਂ ਇਹ ਆ ਵੀ ਜਿਨ੍ਹਾਂ ਨੂੰ ਆਪਾਂ ਆਪਣੇ ਨੁਮਾਇੰਦੇ ਬਣਾ ਕੇ ਭੇਜਦੇ ਹਾਂ, ਜਿਨ੍ਹਾਂ ਤੇ ਆਪਾਂ ਨੂੰ ਇਹ ਤਵੱਕੋ ਹੁੰਦੀ ਹੈ ਵੀ ਇਹ ਸਾਡੀ ਜਾ ਕੇ ਗੱਲ ਕਰਨਗੇ, ਅਨਫੋਰਚੂਨੇਟਲੀ ਹੁੰਦਾ ਕੀ ਹੈ, ਜਦੋਂ ਜਾ ਕੇ ਸੰਸਦ ਦੇ ਵਿੱਚ ਬਹਿ ਜਾਂਦੇ ਨੇ ਤਾਂ ਉਹ ਪਾਰਟੀ ਲਾਈਨ ਦੀ ਵਧੇਰੇ ਗੱਲ ਕਰਦੇ ਨੇ, ਆਮ ਲੋਕਾਂ ਦੀ ਆਪਣੀ ਜਿਹੜੇ ਅੰਦਰਲੀ ਆਵਾਜ਼ ਉਹ ਘੱਟ ਸੁਣਦੇ ਨੇ ਵੀ ਅਸੀਂ ਕਿਸੇ ਦੇ ਨੁਮਾਇੰਦੇ ਇੱਥੇ। ਸੋ ਉਹ ਚੀਜ਼ ਬੜੀ ਮਾੜੀ ਗੱਲ ਹੈ ਵੀ ਇੱਥੋਂ ਜਾ ਕੇ ਜਦੋਂ ਉਹ ਸਾਰਾ ਕੁਝ ਭੁੱਲ ਜਾਂਦੇ ਨੇ ਤਾਂ ਸਿਰਫ ਜਿਹੜੀ ਆਪਣੀ ਪਾਰਟੀ ਜਾਂ ਆਪਣੀ ਸਰਕਾਰ ਦੀ ਗੱਲ ਹੀ ਜ਼ਿਆਦਾ ਕਰਦੇ ਨੇ। ਬਿਲਕੁਲ ਸਿਮਰਨ ਜੀ, ਇਹ 'ਚ ਕਿਤੇ ਨਾ ਕਿਤੇ ਜੋ ਆਮ ਪਬਲਿਕ ਹੈ ਜਾਂ ਜਿੰਨੇ ਵੀ ਖਾਸ ਕਰ ਦੇਖੋ, ਹੁਣ ਹਰ ਚੌਥਾ ਬੰਦਾ ਜਿਹੜਾ ਹੈ ਉਹ ਇਮੀਗ੍ਰੈਂਟ ਹੈ। ਮੈਂ ਕਹਿੰਦਾ ਇਦੋਂ ਵੱਧ ਕੇ ਦੇਖੋ, ਇੱਕ ਟਾਈਮ ਆਏਗਾ ਜਦ 50% ਆਫ ਦਾ ਦੂਜਾ ਬੰਦਾ ਵੀ ਇਮੀਗ੍ਰੈਂਟ ਹੋਏਗਾ ਆਉਣ ਵਾਲੇ ਟਾਈਮ, ਜਿਸ ਤਰ੍ਹਾਂ ਇਮੀਗ੍ਰੇਸ਼ਨ ਚੱਲ ਰਹੀ ਹੈ। ਲੇਕਿਨ ਸਾਨੂੰ ਇਹ ਚੀਜ਼ ਦਾ ਬਹੁਤ ਮਾਣ ਹੋਣਾ ਚਾਹੀਦਾ ਕਿ ਅਸੀਂ ਇਹੋ ਜਿਹੇ ਸੋਹਣੇ ਕੰਟਰੀ ਵਿੱਚ ਆਏ ਹਾਂ, ਔਰ ਜੋ ਅਸੀਂ ਛੱਡ ਕੇ ਆਏ, ਜੇ ਅਸੀਂ ਕੰਪੇਅਰ ਕਰਦੇ ਹਾਂ ਉਸ ਚੀਜ਼ ਨੂੰ, ਸੋ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ ਬਹੁਤ ਧਿਆਨ ਦੇਣੀ ਪੈਣੀ ਹੈ ਕਿ ਅਸੀਂ ਉਹੀ ਗਲਤੀ ਇੱਥੇ ਨਾ ਕਰੀਏ ਜੋ ਗਲਤੀ ਅਸੀਂ ਬੈਕ ਹੋਮ, ਚਾਹੇ ਉਹ ਜਿਹੜਾ ਮਰਜ਼ੀ ਕੰਟਰੀ ਹੈ। ਮੈਂ ਆਪਣੇ ਇਕੱਲੇ ਹਿੰਦੁਸਤਾਨ ਜਾਂ ਪਾਕਿਸਤਾਨ ਜਾਂ ਇਹਨਾਂ ਦੀ ਗੱਲ ਨਹੀਂ ਕਰ ਰਿਹਾ, ਬਾਕੀ ਸਾਰੇ ਕੰਟਰੀ ਦੀ ਗੱਲ ਕਰ ਰਿਹਾ ਕਿ ਅਸੀਂ ਉਹ ਸਿਚੁਏਸ਼ਨ ਨਾ ਬਣਾਈਏ, ਉਹੋ ਜਿਹੇ ਨੁਮਾਇੰਦੇ ਨਾ ਚੁਣੀਏ, ਉਹ ਬੰਦੇ ਨਾ ਚੁਣੀਏ ਜਿਹੜੇ ਬੰਦਿਆਂ ਨੇ
ਪਿਛਲੇ 50 ਸਾਲ ਵਿੱਚ 70 ਸਾਲ ਵਿੱਚ ਜੋ ਕੁਝ ਕੀਤਾ ਅਸੀਂ ਉਹਨੂੰ ਵੀ ਉੱਥੇ ਸੇਮ ਚੀਜ਼ ਨੂੰ ਰਿਪੀਟ ਕਰੀਏ। ਬਿਲਕੁਲ। ਇੱਥੇ ਹੁਣ ਦੇਖੋ ਗੱਲ ਹਰਕੀਰਤ ਜੀ ਇਹ ਆ ਵੀ ਜੇ ਹੁਣ ਆਪਾਂ ਕੈਨੇਡਾ ਦੀ ਗੱਲ ਕਰੀਏ, ਇੱਥੇ ਮੇਰੇ ਖਿਆਲ ਦੁਨੀਆ ਦੇ ਹਰੇਕ ਮੁਲਕ ਦਾ ਇੱਥੇ ਜਿਹੜੇ ਇਮੀਗ੍ਰਾਂਟ ਹੋਣੇ ਨੇ। ਹਾਂਜੀ। ਸੋ 100 ਤੋਂ ਉੱਪਰ ਦੇਸ਼ਾਂ ਦੇ ਜਿਹੜੇ ਇਮੀਗ੍ਰਾਂਟ ਨੇ, ਹੁਣ ਜੇ ਹਰੇਕ ਦੇਸ਼ ਦੇ ਵਿੱਚ ਕੋਈ ਨਾ ਕੋਈ ਕਨਫਲਿਕਟ ਤਾਂ ਚੱਲ ਹੀ ਰਿਹਾ। ਬਿਲਕੁਲ ਜੀ। ਹੁਣ ਜੇ ਉਹ ਹਰੇਕ ਦੇਸ਼ ਦੇ ਜਿਹੜੇ ਇੱਥੇ ਇਮੀਗ੍ਰਾਂਟ ਨੇ ਜੋ ਆਪਣਾ ਵਿਰੋਧ ਜਾਂ ਆਪਣਾ ਪ੍ਰੋਟੈਸਟ ਕਰਨਾ ਸ਼ੁਰੂ ਕਰ ਦੇਣ ਤਾਂ ਇਸ ਦੇਸ਼ ਦੀ ਕੀ ਹਾਲਤ ਹੋ ਜਾਵੇ। ਬਿਲਕੁਲ ਬਿਲਕੁਲ, ਇਸੇ ਚੀਜ਼ ਨੂੰ ਆਪਾਂ ਨੂੰ ਸੋਚਣਾ ਚਾਹੀਦਾ ਹੈਗਾ। ਹੁਣ ਸਪੋਜ਼ ਕੋਈ ਵੀ ਚੀਜ਼ ਹੁੰਦੀ ਹੈਗੀ ਹੈ, ਠੀਕ ਹੈ, ਇਹ ਨਹੀਂ ਹੁੰਦੀ ਆਪਾਂ ਤੁਸੀਂ ਆਪਣੇ ਵਿਚਾਰ ਨਾ ਪ੍ਰਗਟ ਕਰੋ, ਤੁਹਾਨੂੰ ਤੁਹਾਡੇ ਉੱਥੇ ਜਿਹੜੇ ਭੈਣ ਭਰਾ ਵਸਦੇ ਨੇ ਤੁਸੀਂ ਉਹਨਾਂ ਨੂੰ ਸਪੋਰਟ ਨਾ ਕਰਨਾ, ਲੇਕਿਨ ਉਹ ਹਰ ਚੀਜ਼ ਦਾ ਇੱਕ ਤਰੀਕਾ ਹੈ। ਬਿਲਕੁਲ। ਔਰ ਜਿਹੜੇ ਖਾਸ ਕਰਕੇ ਪੋਲੀਟੀਸ਼ੀਅਨ ਜਿਹੜਾ ਸਿਸਟਮ ਹੈ ਉਹਨੂੰ ਇਹ ਚਾਹੀਦਾ ਕਿ ਗਾਈਡਲਾਈਨ ਹੋਣੀ ਚਾਹੀਦੀਆਂ ਨੇ ਕਿ ਤੁਸੀਂ ਜੇ ਪ੍ਰੋਟੈਸਟ ਕਰਨਾ ਜਾਂ ਜੇ ਤੁਸੀਂ ਆਪਣੀ ਗੱਲ ਰੱਖਣੀ ਹੈ, ਦੀਜ਼ ਆਰ ਦਾ ਗਾਈਡਲਾਈਨਸ। ਹੁਣ ਇੱਥੇ ਕੋਈ ਗਾਈਡਲਾਈਨਸ ਹੀ ਨਹੀਂ ਹੈਗੀਆਂ ਨੇ। ਬਿਲਕੁਲ। ਹੁਣ ਗਾਈਡਲਾਈਨਸ ਦੀ ਗੱਲ ਤੁਸੀਂ ਕੀਤੀ ਹੈ, ਇਹਦੇ ਬਾਰੇ ਇੱਕ ਉਦਾਹਰਨ ਮੈਂ ਤੁਹਾਨੂੰ ਸਾਂਝੀ ਕਰਨਾ ਚਾਹੁੰਦਾ ਤੇ ਨਾਲ ਹੀ ਇਹ ਉਹਦੇ ਵਿੱਚ ਵੀ ਹੈਗੀ ਵੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣੇ ਹੁਣ ਫਾਰਮਰ ਪ੍ਰੋਟੈਸਟ ਚੱਲ ਰਿਹਾ, ਸੋ ਇੱਥੇ ਵੀ ਕਾਫੀ ਜਿਹੜੀਆਂ ਰੈਲੀਜ਼ ਹੋਈਆਂ ਸੀਗੀਆਂ। ਸੋ ਉਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਹੜੇ ਪ੍ਰੋ ਗੌਰਮੈਂਟ ਸੀ ਲੋਕ ਤਾਂ ਜਿਹੜੇ ਪ੍ਰੋ ਫਾਰਮਰ ਸੀ ਉਹਨਾਂ ਦੇ ਵਿੱਚ ਵੀ ਆਪਾਂ ਨੂੰ ਇੱਥੇ ਕਨਫਲਿਕਟ ਦੇਖਣ ਨੂੰ ਮਿਲੇ। ਸੋ ਜੇ ਆਪਾਂ ਬਰੈਂਪਟਨ ਦੀ ਗੱਲ ਕਰੀਏ, ਉੱਥੇ ਜਿਹੜੀਆਂ ਕੁਝ ਰੈਲੀਜ਼ ਹੋਈਆਂ ਤੇ ਉਹਦੇ ਵਿੱਚ ਕਿਉਂਕਿ ਕੋਵਿਡ ਦਾ ਸਮਾਂ ਸੀ, ਸੋ ਸਰਕਾਰ ਵੱਲੋਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਸੀ। ਸੋ ਇੱਥੇ ਤੱਕ ਵੀ ਕਹਿ ਦਿੱਤਾ ਗਿਆ ਸੀਗਾ ਸਿਟੀ ਆਫ ਬਰੈਂਪਟਨ ਵੱਲੋਂ ਵੀ ਜਿਹੜੇ ਇਹ ਮੁਜ਼ਾਹਰਾ ਕਰ ਰਹੇ ਨੇ ਉਹਨਾਂ ਨੂੰ ਕੋਈ ਟਿਕਟ ਦਿੱਤੀ ਨਹੀਂ ਜਾਊਗੀ। ਹਾਂ ਬਿਲਕੁਲ। ਹੁਣ ਇਹ ਚੀਜ਼ ਨੂੰ ਜੋ ਗਾਈਡਲਾਈਨ ਤਾਂ ਗਾਈਡਲਾਈਨ ਨੇ, ਉਹ ਜਿਹਦੇ ਵਾਸਤੇ ਮਰਜ਼ੀ ਨੇ ਉਹ ਹਰ ਵਾਸਤੇ ਬਰਾਬਰ ਹੋਣੀਆਂ ਚਾਹੀਦੀਆਂ ਨੇ। ਬਿਲਕੁਲ। ਹੁਣ ਸਿਰਫ ਵੋਟਾਂ ਵਾਸਤੇ ਤੁਸੀਂ ਇਹ ਕਹੋ ਕਿ ਨਹੀਂ ਅਸੀਂ ਲੋਕਾਂ ਦੀ ਹੈਲਥ ਨੂੰ, ਲੋਕਾਂ ਦੀ ਜਾਨ ਨੂੰ ਅਸੀਂ ਖਤਰੇ 'ਚ ਪਾ ਕੇ ਫਿਰ ਅਸੀਂ ਉਹਨੂੰ ਕਹਿ ਰਹੇ ਵੀ ਠੀਕ ਤੁਸੀਂ ਕਰੋ, ਦੈਟ ਇਜ਼ ਰੌਂਗ। ਉਹ ਕਿਤੇ ਨਾ ਕਿਤੇ ਸਰਕਾਰ ਦੀ ਕੋਤਾਹੀ ਹੈ ਉਸ ਚੀਜ਼ ਦੇ ਵਿੱਚ, ਔਰ ਉਹਦੀ ਜਿਹੜੀ ਇੰਟੈਂਸ਼ਨਸ ਨੇ ਉਹ ਕਿਤੇ ਨਾ ਕਿਤੇ ਉਹਨਾਂ ਤੇ ਫਿਰ ਸ਼ੱਕ ਹੋਣ ਲੱਗਦਾ। ਮੈਂ ਹਮੇਸ਼ਾ ਇਹ ਗੱਲ ਨੂੰ ਕਹਿਣਾ ਹੁੰਦਾ ਉਸ ਚੀਜ਼। ਬਿਲਕੁਲ। ਹਰਕੀਰਤ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈ, ਉਸ ਤੋਂ ਬਾਅਦ ਫਿਰ ਚਰਚਾ ਨੂੰ ਅੱਗੇ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਸਟਾਰ ਟਾਕ ਦੇ ਵਿੱਚ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਸਟਾਰ ਟੀਵੀ ਤੇ ਸਟਾਰ ਟਾਕ। ਮੈਂ ਸਿਮਰਤ ਗਰੇਵਾਲ ਤੇ ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ। ਤੁਹਾਡੇ ਨਾਲ ਜਿਹੜੇ ਚਲੰਤ ਮਸਲੇ ਨੇ ਉਹਨਾਂ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ। ਹੁਣ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਜਿਹੜਾ ਦੁਨੀਆ ਪੱਧਰ ਤੇ ਕੋਵਿਡ ਛਾਇਆ ਹੋਇਆ ਹੈ। ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਦੇਸ਼ ਨੇ ਜਿਨ੍ਹਾਂ ਨੇ ਇਸ ਨੂੰ ਆਪਣੇ ਕੰਟਰੋਲ 'ਚ ਵੀ ਕਰ ਲਿਆ, ਪਰ ਜੇ ਆਪਾਂ ਭਾਰਤ ਦੀ ਗੱਲ ਕਰੀਏ ਤੇ ਉੱਥੇ ਜਿਹੜੇ ਹਾਲਾਤ ਕਾਫੀ ਜਿਹੜੇ ਖਰਾਬ ਨੇ। ਹਰਕੀਰਤ ਜੀ, ਇੱਥੋਂ ਆਪਾਂ ਸ਼ੁਰੂ ਕਰਦੇ ਹਾਂ ਵੀ ਕੋਵਿਡ ਤੁਸੀਂ ਕਿਵੇਂ ਦੇਖ ਰਹੇ ਹੋ ਉਹਨੂੰ? ਕਿਉਂਕਿ ਬਹੁਤ ਸਾਰੇ ਦੇਸ਼ਾਂ ਨੇ ਇਹਨੂੰ ਕੰਟਰੋਲ ਵੀ ਕੀਤਾ, ਪਰ ਇੰਡੀਆ ਦੇ ਹਾਲਾਤ ਜਿਹੜੇ ਬੜੇ ਬੇਕਾਬੂ ਹੋਏ ਨੇ। ਸਿਮਰਤ ਜੀ, ਪਹਿਲਾਂ ਮੈਂ ਜਿੱਥੇ ਆਪਾਂ ਰਹਿ ਰਹੇ ਹਾਂ ਕੈਨੇਡਾ ਦੀ ਆਪਾਂ ਗੱਲ ਕਰੀਏ ਉਸ ਚੀਜ਼ ਦੇ ਵਿੱਚ ਕਿ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਉਂ ਇਹਨਾਂ ਨੂੰ ਲੇਟ ਸਮਝ ਆਉਂਦੀ ਹੈਗੀ ਹੈ। ਐਗਜ਼ਾਮਪਲਸ ਦੇਖੋ ਤੁਹਾਡੇ ਸਾਹਮਣੇ ਦੋਨੇ ਤਰ੍ਹਾਂ ਦੀਆਂ ਹੁੰਦੀਆਂ ਨੇ। ਐਗਜ਼ਾਮਪਲਸ ਇਹ ਵੀ ਹੁੰਦੀਆਂ ਨੇ ਕਿ ਕਿਹੜੇ ਕੰਟਰੀ ਨੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ। ਹਾਂਜੀ। ਐਗਜ਼ਾਮਪਲ ਇਹ ਵੀ ਹੁੰਦੀਆਂ ਨੇ ਕਿ ਕਿਹੜੇ ਕੰਟਰੀ ਨੇ ਉਹਨੂੰ ਆਪਣੇ ਹੱਥੋਂ ਜਾਣ ਦਿੱਤਾ ਔਰ ਸਿਚੁਏਸ਼ਨ ਨੂੰ ਅਨਕੰਟਰੋਲ ਹੋ ਗਈ ਹੈ। ਸੋ ਸਾਨੂੰ ਸਿੱਖਣਾ ਉੱਥੋਂ ਚਾਹੀਦਾ ਕਿ ਜਿਹੜੇ ਕੰਟਰੀ ਨੇ ਇਹਨਾਂ ਨੂੰ ਕੰਟਰੋਲ ਸਹੀ ਤਰੀਕੇ ਨਾਲ ਕੀਤਾ ਹੈਗਾ। ਹਾਂਜੀ। ਸੋ ਸਾਡੇ ਜਿਹੜੇ ਜਿਹਨੂੰ ਆਪਾਂ ਕਹੀਏ ਕੰਪੀਟੀਟਰ ਨੇ ਜਾਂ ਜਿਹਨੂੰ ਇਸ ਬਰਾਬਰ ਦੇ ਕੰਟਰੀ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕੁਝ ਕੰਟਰੀ, ਇੰਗਲੈਂਡ ਜਾਂ ਕੁਝ ਕੰਟਰੀ ਯੂਰਪ ਦੇ ਜਿਹੜੇ ਹੈਗੇ ਨੇ, ਉਹਨਾਂ ਨਾਲ ਕੈਨੇਡਾ ਕੰਪੀਟ ਕਰਦਾ ਹਰ ਪਾਸਿਓਂ। ਤਾਂ ਉਹਨਾਂ ਦੀ ਸਿਚੁਏਸ਼ਨ ਕੀ ਹੈ ਤੇ ਆਪਣੀ ਸਿਚੁਏਸ਼ਨ ਕੀ ਹੈ ਜਦ ਆਪਾਂ ਦੇਖੀਏ। ਸੋ ਜੇ ਆਸਟ੍ਰੇਲੀਆ ਨੇ ਉਸ ਚੀਜ਼ ਨੂੰ ਕੰਟਰੋਲ ਕਰ ਸਕਦੇ ਹੋ, 800 ਡੈਥਸ ਹੋਈਆਂ ਨੇ, 30,000 ਪੋਜ਼ਿਟਿਵ ਹੋਏ ਨੇ, ਅਸੀਂ ਇੱਥੇ ਮਿਲੀਅਨ ਤੇ ਬੈਠੇ ਹਾਂ ਔਰ ਕਿੰਨੀਆਂ ਡੈਥਸ ਹੋਈਆਂ ਨੇ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਗਲਤ ਐਗਜ਼ਾਮਪਲ ਨੂੰ ਚੂਜ਼ ਕੀਤਾ, ਅਸੀਂ ਗਲਤ ਆਪਸ਼ਨਸ ਨੂੰ ਚੂਜ਼ ਕੀਤਾ ਹੈ ਕਿਤੇ ਨਾ ਕਿਤੇ। ਜੇ ਆਸਟ੍ਰੇਲੀਆ ਨੇ ਅੱਜ ਤੋਂ 6 ਮਹੀਨੇ ਪਹਿਲਾਂ ਕਿਹਾ ਸੀ ਕਿ ਮੈਂ ਸਾਰੀਆਂ ਫਲਾਈਟਸ ਬੰਦ ਕਰ ਰਿਹਾ, ਸਾਰੀਆਂ ਇਨਟੇਕ ਆਫ ਦਾ ਫੋਰਨ ਜਿੰਨੇ ਵੀ ਟਰੈਵਲਰਸ ਹੈ ਨੇ ਉਹਨਾਂ ਨੂੰ ਬੰਦ ਕਰ ਰਿਹਾ ਹੈਗਾ, ਔਰ ਇੰਨੇ ਸਟ੍ਰਿਕਟ ਐਕਸ਼ਨ ਉਹਨੇ ਲਏ ਨੇ, ਤਾਂ ਤਦੇ ਉਹ ਕੰਟਰੋਲ ਕਰ ਰਹੇ ਨੇ, ਤਦੇ ਉਹਨਾਂ ਦੇ ਜਿਹੜੇ ਲੋਕ ਖੁਸ਼ਹਾਲੀ ਨਾਲ ਬੈਠੇ ਨੇ, ਸਭ ਕੁਝ ਖੁੱਲ੍ਹਾ ਉੱਥੇ। ਹਾਂਜੀ। ਔਰ ਕੈਨੇਡਾ ਅੱਜ ਉਸ ਚੀਜ਼ ਨੂੰ ਕਰ ਰਿਹਾ ਹੈਗਾ, 1 ਮਹੀਨਾ ਪਹਿਲਾਂ ਕਰ ਰਿਹਾ ਹੈਗਾ ਜਿਹੜਾ ਕਿ 6 ਮਹੀਨੇ ਪਹਿਲਾਂ ਚੀਜ਼ ਕਰਨੀ ਚਾਹੀਦੀ ਸੀ। ਬਿਲਕੁਲ। ਸੋ ਕਿਉਂ ਇਹ ਚੀਜ਼ ਨੂੰ ਮੈਨੂੰ ਨਹੀਂ ਸਮਝ ਆਉਂਦਾ ਕਿ ਅਸੀਂ ਦੇਖ ਕੇ ਵੀ ਉਹਨੂੰ ਅਣਦੇਖਾ ਅਣਜਾਣ ਕਰ ਦਿੰਦੇ ਹੈਗੇ ਆ। ਇਹ ਸਿਚੁਏਸ਼ਨ ਨੂੰ ਹਰ ਵਾਰ ਆਪਾਂ ਐਂ ਕਿਉਂ ਲੈਂਦੇ ਹਾਂ ਕਿ ਠੀਕ ਹੈ ਵੀ ਚਲੋ ਕੋਈ ਗੱਲ ਨਹੀਂ, ਉਹ ਜਿਹੜਾ ਚੱਲਦਾ ਜਿਹੜਾ ਵਤੀਰਾ ਹੈ ਕਿਸੇ ਦੇ ਪ੍ਰਤੀ ਹੋਣਾ ਕਿ ਕੋਈ ਗੱਲ ਨਹੀਂ ਚੱਲ ਜੂਗਾ, ਇਸ ਤਰ੍ਹਾਂ ਹੋ ਜਾਊਗਾ, ਉਸ ਚੀਜ਼ ਨੂੰ ਕਿਉਂ ਨਹੀਂ ਛੱਡ ਰਹੇ ਹੈਗੇ?
ਸੋ ਜੇ ਇਸ ਚੀਜ਼ ਨੂੰ ਅਸੀਂ ਸਹੀ ਤਰੀਕੇ ਨਾਲ ਜਿਹੜੀਆਂ ਸੈਕਸ਼ਨਸ ਨੂੰ ਸਟ੍ਰਿਕਟਲੀ ਇੰਪਲੀਮੈਂਟ ਕੀਤਾ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਸੀ ਇਸ ਚੀਜ਼ ਨੂੰ ਆਪਾਂ ਇੱਥੇ ਸਿਚੁਏਸ਼ਨ ਇੰਨੀ ਸਭ ਗ੍ਰਿਮ ਹੋਣ ਦਿੰਦੇ। ਪਰ ਹਰਕਿਰਨ ਜੀ ਹੁਣ ਖਬਰਾਂ ਤੇ ਇਹ ਵੀ ਸ਼ੁਰੂ ਹੋ ਗਈਆਂ ਨੇ ਆਉਣੀਆਂ ਵੀ ਕਿਊਬੈਕ ਦੇ ਵਿੱਚ ਵੀ ਉਹ ਕਹਿ ਰਹੇ ਨੇ ਵੀ ਦੇ ਆਰ ਪਲੈਨਿੰਗ ਫॉर ਰੀਓਪਨਿੰਗ, ਤੇ ਇਸੇ ਤਰ੍ਹਾਂ ਹੀ ਜਿਹੜੀ ਅੰਟੈਰੀਓ ਦੀ ਸਰਕਾਰ ਹੈ ਉਹ ਵੀ ਸੋਚ ਰਹੀ ਹੈ ਵੀ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਐਲਾਨ ਕੀਤਾ ਜਾਵੇ ਵੀ ਜਿਹੜੀਆਂ ਐਕਟੀਵਿਟੀਜ਼ ਨੇ ਖਾਸ ਕਰਕੇ ਆਊਟਡੋਰ ਐਕਟੀਵਿਟੀਜ਼ ਹੈ ਉਹਨਾਂ ਨੂੰ ਮੁੜ ਸ਼ੁਰੂ ਕੀਤਾ ਜਾਵੇ। ਸਿਮਰਨ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ ਮੈਂ ਉਹੀ ਗੱਲ ਕਹਿ ਰਿਹਾ ਕਿ ਜੇ ਅਸੀਂ ਬਾਹਰੋਂ ਰਿਸਟ੍ਰਿਕਸ਼ਨਸ ਲਾ ਦਿੰਦੇ ਜਾਂ ਅਸੀਂ ਪਹਿਲਾਂ ਧਿਆਨ ਦੇ ਦਿੰਦੇ ਤਾਂ ਅਸੀਂ ਜੋ ਮਰਜ਼ੀ ਖੋਲ੍ਹ ਸਕਦੇ ਸੀ, ਅਸੀਂ ਜੋ ਮਰਜ਼ੀ ਐਕਟੀਵਿਟੀਜ਼ ਖੋਲ੍ਹ ਸਕਦੇ ਸੀ। ਵਿਦਨ ਕੈਨੇਡਾ ਜੋ ਸਾਰਾ ਕੁਝ ਹੋ ਰਿਹਾ ਉਹਨੂੰ ਤਾਂ ਅਸੀਂ ਨਾਰਮਲ ਹੋ ਜਾਣਾ ਸੀ ਉਸ ਚੀਜ਼, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਨੇ ਉੱਥੇ ਕਹਿੰਦੇ ਸਭ ਕੁਝ ਇੱਕ ਤਰ੍ਹਾਂ ਦਾ ਨਾਰਮਲ ਹੋ ਚੁੱਕਿਆ ਹੈਗਾ। ਲੇਕਿਨ ਅਸੀਂ ਕਿਤੇ ਨਾ ਕਿਤੇ ਸਾਡੀ ਪਾਲਿਸੀ ਅਸੀਂ ਉਹਨੂੰ ਅਣਦੇਖਾ ਕੀਤਾ ਕਿਸ ਚੀਜ਼ ਨੂੰ ਵੀ ਐਟਲੀਸਟ ਦੇਖ ਕੇ ਸਿੱਖ ਲੈਣਾ ਚਾਹੀਦਾ ਕਿ ਉਹ ਕੰਟਰੀ ਨੇ ਕਿਵੇਂ ਉਹਨੂੰ। ਦੇਖੋ ਜੇ ਪਾਪੂਲੇਸ਼ਨ ਬਾਰੇ ਆਪਾਂ ਗੱਲ ਕਰੀਏ ਤਾਂ ਇਹ ਕੰਟਰੀ ਆਸਟ੍ਰੇਲੀਆ ਔਰ ਕੈਨੇਡਾ ਦੀ ਪਾਪੂਲੇਸ਼ਨ ਜਿਹੜੀ ਹੈ ਬਰਾਬਰ ਹੈ। ਏਰੀਆ ਦੀ ਗੱਲ ਕਰੀਏ ਤਾਂ ਏਰੀਆ ਵੀ ਕਾਫੀ ਹੱਦ ਤੱਕ ਬਰਾਬਰ ਹੈ ਉਸ ਚੀਜ਼ ਦਾ, ਔਰ ਉਹਦੀ ਸਕੈਟਸਿਟੀ ਆਫ ਦਾ ਪਾਪੂਲੇਸ਼ਨ ਕੀ ਡਿਸਟ੍ਰੀਬਿਊਟ ਕਿਵੇਂ ਹੋਈ ਹੈ ਉਹ ਵੀ ਉਸ ਤਕਰੀਬਨ ਉਦਾਂ ਦੀ ਹੋਈ ਹੈ। ਸੋ ਗਲਤੀ ਕਿੱਥੇ ਹੋਈ? ਜੇ ਬਾਰਡਰਸ ਦੀ ਗੱਲ ਕੀਤੀ ਤਾਂ ਵੀ ਬਾਰਡਰਸ ਵੀ ਉਹ ਚਲੋ ਬਿਲਕੁਲ ਵੀ ਉਹ ਆਈਸੋਲੇਟਡ ਹੈਗੇ ਨੇ। ਆਪਾਂ ਯੂਐਸ ਨੂੰ ਤਾਂ ਖੁਦ ਯੂਐਸ ਨੇ ਆਪਣੇ ਬਾਰਡਰ ਨੂੰ ਬੰਦ ਕੀਤਾ ਹੋਇਆ ਸੀ। ਸੋ ਜੇ ਕਿਤਨਾ ਕਿ ਦੇਖੀਏ ਅਸੀਂ ਕਿੰਨੇ ਸਿਮਿਲਰ ਕੰਡੀਸ਼ਨਸ ਹੈ ਨੇ ਸਾਡੀਆਂ, ਲੇਕਿਨ ਅਸੀਂ ਕਿੱਥੇ ਆ ਤੇ ਉਹ ਕਿੱਥੇ ਨੇ। ਈਵਨ ਇੰਗਲੈਂਡ ਦੀ ਗੱਲ ਕਰੋ ਜੀ, ਇੰਗਲੈਂਡ ਦੇ ਵਿੱਚ ਕਿੰਨੇ ਹਾਲਾਤ ਮਾੜੇ ਸੀਗੇ ਪਰ ਉਹਨਾਂ ਨੇ ਜਿਸ ਤਰ੍ਹਾਂ ਵੈਕਸੀਨ ਲਾਈ ਹੈ, ਲੋਕਾਂ ਨੂੰ ਵੈਕਸੀਨੇਟ ਕੀਤਾ ਤੇ ਅੱਜ ਉੱਥੇ ਲਾਕਡਾਊਨ ਖੋਲ੍ਹ ਦਿੱਤਾ ਗਿਆ ਤੇ ਲੋਕ ਜਿਹੜੇ ਨਾਰਮਲ ਜ਼ਿੰਦਗੀ ਦੀਆਂ ਗੱਲਾਂ ਕਰ ਰਹੇ ਨੇ। ਬਿਲਕੁਲ। ਸੋ ਇਹ ਚੀਜ਼ ਨੂੰ ਸਾਰੀ ਨੂੰ ਮਤਲਬ ਕਿਤੇ ਨਾ ਕਿਤੇ ਸਾਨੂੰ ਕੁਐਸਚਨ ਕਰਨਾ ਚਾਹੀਦਾ ਹੈ ਕਿ ਠੀਕ ਹੈ ਅਸੀਂ ਇਹ ਤਾਂ ਨਹੀਂ ਕਰ ਸਕਦੇ ਫਿਰ ਉਹੀ ਗੱਲ ਨੂੰ ਰਿਪੀਟ ਕਰੀਏ ਕਿ ਇਹ ਠੀਕ ਹੈ 15 ਦਿਨ ਖੋਲ ਲੈਂਦੇ ਆ ਫਿਰ 1 ਮਹੀਨਾ ਬੰਦ ਕਰ ਦਿੰਦੇ ਆ, ਫਿਰ 5 ਦਿਨ ਖੋਲ ਲੈਣਾ ਫਿਰ 1 ਮਹੀਨਾ ਬੰਦ ਕਰ ਲੈਂਦੇ ਆ। ਦਿਸ ਇਜ਼ ਨਾਟ ਦ ਰਾਈਟ ਵੇ ਟੂ ਡੂ। ਮੈਂ ਲਾਸਟ ਪ੍ਰੋਗਰਾਮ ਵਿੱਚ ਸ਼ਾਇਦ ਆਪਾਂ ਯਹੀ ਗੱਲ ਕਰ ਰਹੇ ਸੀ ਕਿ ਜੇ ਆਪਾਂ ਇਸ ਤਰ੍ਹਾਂ ਹੀ ਇਹਨੂੰ ਕਰਦੇ ਰਹਾਂਗੇ ਵੀ ਚਲੋ 1 ਮਹੀਨਾ ਲਾਕਡਾਊਨ ਕਰ ਦਿੱਤਾ, ਰਿਸਟ੍ਰਿਕਸ਼ਨ ਲਾ ਦਿੱਤੀ, ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਖੋਲ ਦਿੱਤਾ, ਫਿਰ ਕੇਸ ਵਧਣ ਲੱਗੇ, ਫਿਰ ਆਪਾਂ ਬੰਦ ਕਰ ਦਿੱਤਾ। This is not the right way. ਜੇ ਅਸੀਂ ਦੇਖੋ ਅਲਟੀਮੇਟਲੀ ਜੋ ਆਇਆ ਕਿੱਥੋਂ ਆਇਆ ਤਾਂ ਜੋ ਫੋਰਨ ਟਰੈਵਲਰਸ ਆਏ ਨੇ ਉਹਨਾਂ ਥਰੂ ਆਇਆ ਨਾ। ਬਿਲਕੁਲ। ਜੇ ਅਸੀਂ ਪਹਿਲਾਂ ਹੀ ਉਹ ਟਰੈਵਲਰਸ ਨੂੰ ਰਿਸਟ੍ਰਿਕਟ ਕਰ ਦਿੰਦੇ ਤਾਂ ਸ਼ਾਇਦ ਇਹਨੇ ਮਾੜੇ ਹਾਲਾਤ ਨਾ ਹੁੰਦੇ। ਠੀਕ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਕਿਤੇ ਨਾ ਕਿਤੇ ਫੇਲ ਹੋਈ ਹੈ, ਤਦੇ ਇਸ ਗੱਲ ਦੀ ਹੋਈ ਹੈ ਨਾ ਗੱਲ। ਸੋ ਆਪਾਂ ਕਹਿਣ ਦਾ ਮਤਲਬ ਇਹ ਹੈ ਕਿ ਖੁਦ ਦੇਖੋ ਇੱਕ ਆਮ ਇਨਸਾਨ ਹੈ ਉਹਨੂੰ ਇੰਨੀ ਸਮਝ ਨਹੀਂ ਹੁੰਦੀ ਹੈਗੀ ਹੈ ਵੀ ਕਿੱਥੇ ਜਾ ਕੇ ਰੁਕਣਾ ਹੈ। ਸਰਕਾਰ ਦਾ ਦੱਸਣਾ ਨੂੰ ਫਰਜ਼ ਹੁੰਦਾ ਵੀ ਦਿਸ ਇਜ਼ ਦਾ ਲਿਮਿਟੇਸ਼ਨ, ਤੁਸੀਂ ਇੱਥੇ ਜਾ ਕੇ ਰੁਕ ਜਾਣਾ ਹੈ। ਸੋ ਪਰ ਉਹਨਾਂ ਨੂੰ ਪਹਿਲਾਂ ਆਪਣੀਆਂ ਜਿਹੜੀਆਂ ਮਾਈਲਸਟੋਨਸ ਨੇ ਉਹ ਮਿੱਥਣੇ ਪੈਂਦੇ ਨੇ। ਉਹਨਾਂ ਨੂੰ ਆਪਣੇ ਜਿਹੜੇ ਟੀਚੇ ਨੇ ਉਹਨਾਂ ਕੋਲ ਪਲਾਨ ਹੋਣਾ ਚਾਹੀਦਾ, ਫਿਰ ਉਹਨੂੰ ਇਫੈਕਟਿਵਲੀ ਇੰਪਲੀਮੈਂਟ ਕਿਵੇਂ ਕਰਨਾ ਉਹ ਹੋਣਾ ਚਾਹੀਦਾ ਹੈ। ਸੋ ਜਸਟ ਆਪਾਂ ਐਕਸਪੈਰੀਮੈਂਟ ਕਦ ਤੱਕ ਕਰਦੇ ਰਹਾਂਗੇ, ਪੂਰਾ ਆਸਾ ਵੀ ਨਿਕਲ ਜਾਏਗਾ ਫਿਰ ਤਾਂ। ਅੱਛਾ, ਤੁਸੀਂ ਪਲਾਨ ਦੀ ਗੱਲ ਕੀਤੀ ਹੈ, ਜੇ ਆਪਾਂ ਥੋੜੀ ਜਿਹੀ ਗੱਲ ਕਰੀਏ ਭਾਰਤ ਦੀ ਵੀ ਉੱਥੇ ਜਿਹੜੇ ਕੋਵਿਡ ਦੇ ਹਾਲਾਤ ਬੜੇ ਬੇਕਾਬੂ ਹੋ ਚੁੱਕੇ ਨੇ, ਫਿਰ ਤੁਹਾਨੂੰ ਕੀ ਲੱਗਦਾ ਵੀ ਉੱਥੇ ਸਰਕਾਰ ਦੇ ਜਿਹੜੇ ਪਲਾਨ ਉਹ ਫੇਲ ਹੁੰਦੇ ਦਿਸ ਰਹੇ ਨੇ? ਸਿਮਰਤ ਜੀ ਦੇਖੋ, ਨਾ ਤਾਂ ਮੈਂ ਉਹਨਾਂ ਦੇ ਪਲਾਨ ਤੇ ਵਿਸ਼ਵਾਸ ਕਰਦਾ ਤੇ ਨਾ ਹੀ ਮੈਂ ਉਹਨਾਂ ਦੀ ਸਟੈਟਸ ਤੇ ਵਿਸ਼ਵਾਸ ਕਰਦਾ। ਠੀਕ ਹੈ। ਉਹ ਜਦ ਮਰਜ਼ੀ ਉਸ ਚੀਜ਼ ਨੂੰ ਮੈਨੀਪੂਲੇਟ ਕਰ ਸਕਦੇ ਨੇ, ਜਦ ਮਰਜ਼ੀ ਇਹ ਕਹਿ ਸਕਦੇ ਨੇ ਕਿ ਹੁਣ ਵੱਧ ਰਹੇ ਨੇ, ਹੁਣ ਘਟ ਰਹੇ ਨੇ, ਹੁਣ ਡੈਥਸ ਵੱਧ ਰਹੀਆਂ ਨੇ, ਅੱਜ ਘਟ ਰਹੀਆਂ ਨੇ। ਸੋ ਜੋ ਤੁਹਾਨੂੰ ਡੇਟਾ ਹੀ ਸਹੀ ਨਹੀਂ ਮਿਲੇਗਾ ਤਾਂ ਤੁਹਾਡੀ ਪਲਾਨ ਕੀ ਹੋਊਗਾ ਜਾਂ ਤੁਹਾਡੀਆਂ ਇੰਟੈਂਸ਼ਨਸ ਕੀ ਹੋਣਗੀਆਂ। ਸੋ ਆਪਾਂ ਇਹਦੇ ਜੋ ਹੁਣ ਦਿਖਾ ਰਹੇ ਨੇ ਉਹ ਇੰਨਾ ਗ੍ਰਿਮ ਸਿਚੁਏਸ਼ਨ ਦਿਖਾ ਰਹੇ ਨੇ। ਹੁਣ ਉਦੋਂ ਪਹਿਲਾਂ ਕਹਿ ਰਹੇ ਸੀ ਜੀ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਹੈ। ਸੋ ਤੁਹਾਨੂੰ ਇਹ ਸਮਝਾਉਣਾ ਮੁਸ਼ਕਿਲ ਹੋ ਜਾਂਦਾ ਵੀ ਕਿਹੜੀ ਚੀਜ਼ ਤੇ ਵਿਸ਼ਵਾਸ ਕਰੀਏ। ਕਿਉਂਕਿ ਦੇਖੋ ਜੋ ਹਾਲਾਤ ਬਣੇ ਹੋਏ ਨੇ ਉੱਥੇ, ਕਿਹਾ ਜਾ ਰਿਹਾ ਵੀ ਖਾਸ ਕਰ ਜੇ ਆਪਾਂ ਗੰਗਾ ਦੀ ਗੱਲ ਕਰੀਏ ਵੀ ਲਾਸ਼ਾਂ ਲਗਾਤਾਰ ਉਹਦੇ ਵਿੱਚ ਦਿਸ ਰਹੀਆਂ ਨੇ, ਲੋਕ ਰੋੜ ਰਹੇ ਨੇ, ਲੋਕਾਂ ਕੋਲ ਜਗ੍ਹਾ ਹੈ ਨਹੀਂ ਗੀ ਜਿਹੜੀ ਕ੍ਰਿਮੇਸ਼ਨ ਦੇ ਲਈ। ਸੋ ਬੜੇ ਜਿਹੜੇ ਗੈਰ ਮਨੁੱਖੀ ਜਿਹੜਾ ਵਤੀਰਾ ਦੇਖਣ ਨੂੰ ਮਿਲ ਰਿਹਾ ਉੱਥੇ। ਸਿਮਰਨ ਜੀ ਦੇਖੋ, ਇਹ ਤਾਂ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਹੈ। ਦੇਰ ਆਰ ਟ੍ਰੈਡੀਸ਼ਨਸ ਕਿ ਜਿੱਥੇ ਕੁਝ ਜਿਹੜੇ ਸਾਧੂ ਹੁੰਦੇ ਸੀ ਉਹਨਾਂ ਨੂੰ ਉਹ ਲੋਕ ਉਹਨਾਂ ਦਾ ਲਾਸ਼ਾਂ ਨੂੰ ਵਿਸਰਜਿਤ ਕਰ ਦਿੰਦੇ ਹੁੰਦੇ ਸੀ, ਉਹਨਾਂ ਨੂੰ ਉਹ ਨਹੀਂ ਸਾੜਦੇ ਸੀ। ਸੋ ਅੱਜ ਉਹਨਾਂ ਦੀਆਂ ਕੁਝ ਚੰਦ ਫੋਟੋਆਂ ਬਣਾ ਕੇ ਜਿਹੜੀਆਂ ਪਾ ਰਹੇ ਨੇ, ਹੁਣ ਉਹ 'ਚ ਕਿੰਨੀ ਸੱਚਾਈ ਦਾ ਪਹਿਲਾਂ ਮੈਂ ਗੱਲ ਕਰ ਚੁੱਕਿਆ ਕਿ ਉੱਥੇ ਇਹ ਮੁਸ਼ਕਿਲ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਸਟੈਟਸ ਨੂੰ ਕਨਫਰਮ ਕਰਨ ਦਾ ਕੋਈ ਮਾਪਦੰਡ ਹੀ ਨਹੀਂ ਹੈਗਾ। ਹੁਣ ਆਕਸੀਜਨ ਦੀ ਜੇ ਆਪਾਂ ਗੱਲ ਕਰੀਏ, ਆਕਸੀਜਨ ਦੀ ਕਮੀ ਦਾ ਉਹਨਾਂ ਨੂੰ ਕੋਈ ਆਪਾਂ ਨੂੰ ਪਤਾ ਹੀ ਨਹੀਂ ਕਿ ਵਾਕਈ ਹੀ ਕਮੀ ਹੈ ਜਾਂ ਉਹ ਕਮੀ ਕੀਤੀ ਗਈ ਹੈ।
ਜਾਂ ਸ਼ੋਅ ਕੀਤਾ ਗਿਆ ਤੇ ਮੋਰਲੀ ਅਸੀਂ ਇੰਨੇ ਉੱਥੇ ਗਿਰ ਗਏ ਆ ਕਿ ਅਸੀਂ ਆਕਸੀਜਨ ਵੀ ਵੇਚ ਰਹੇ ਹਾਂ, ਉਹਦੇ ਖਿਲਾਫ ਅਸੀਂ ਆਪਣੀ ਜਾਨ ਵੇਚ ਰਹੇ ਹਾਂ, ਸਾਰਾ ਕੁਝ ਵੇਚ ਰਹੇ ਹਾਂ, ਆਪਣੇ ਐਥਿਕਸ ਨੂੰ ਵੇਚ ਰਹੇ ਹਾਂ। ਸੋ ਤੁਸੀਂ ਕਿਹਨੂੰ ਸਮਝਾਓਗੇ ਉੱਥੇ? ਪੋਲੀਟੀਸ਼ੀਅਨ ਨੂੰ ਸਮਝਾਓਗੇ, ਇਹ ਆਮ ਜਨਤਾ ਨੂੰ ਸਮਝਾਓਗੇ? ਸੋ ਪਹਿਲਾਂ ਵੀ ਹੈਵ ਜੋ ਕਹਿੰਦੇ ਨੇ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਸੁਧਾਰਨਾ, ਕਿਸੇ ਦੇਸ਼ ਨੂੰ ਸੁਧਾਰਨਾ, ਯੂ ਹੈਵ ਟੂ ਸਟਾਰਟ ਫਰੋਮ ਯੋਰਸੈਲਫ। ਜੇ ਅਸੀਂ ਆਪਣੇ ਆਪ ਤੋਂ ਸ਼ੁਰੂ ਕਰਾਂਗੇ ਤਾਂ ਅਸੀਂ ਦੇਸ਼ ਸੁਧਾਰ ਸਕਦੇ ਹੈਗੇ। ਪਰ ਮੇਰੇ ਖਿਆਲ ਹਰਕੀਰਤ ਜੀ ਜੋ ਭਾਰਤ ਦੇ ਹਾਲਾਤ ਨੇ ਉੱਥੇ ਤਾਂ ਮੇਰੇ ਖਿਆਲ ਦੋਨਾਂ ਨੂੰ ਸਮਝਣ ਦੀ ਲੋੜ ਹੈ। ਜਿਹੜੀ ਆਮ ਜਨਤਾ ਹੈ ਉਹ ਵੀ ਮੈਨੂੰ ਲੱਗਦਾ ਕੋਈ ਇੰਨੀ ਜਾਗਰੂਕ ਨਹੀਂ ਲੱਗ ਰਹੀ ਇਸ ਚੀਜ਼ ਨੂੰ ਲੈ ਕੇ, ਤੇ ਸਰਕਾਰ ਤਾਂ ਵੈਸੇ ਹੀ ਅਵੇਸਲੀ ਲੱਗਦੀ ਹੈ। ਬਿਲਕੁਲ ਜੀ, ਦੇਖੋ ਜਦ ਪਹਿਲਾ ਵੇਰੀਐਂਟ ਆਇਆ ਸੀ ਤਾਂ ਇਟ ਵਾਸ ਨਾਟ ਦੈਟ ਡੇਂਜਰਸ, ਠੀਕ ਹੈ ਨਾ। ਉਹ ਕੀ ਸੀ, ਠੀਕ ਹੈ, ਮਤਲਬ ਕਿ ਜਿਹੜੀ ਰਿਕਵਰੀ ਰੇਟ ਸੀ ਉਹ 99.999% ਬਹੁਤ ਜ਼ਿਆਦਾ ਰਿਕਵਰ ਹੋ ਰਹੇ ਸੀ। ਹਾਂਜੀ, ਤਾਂ ਆਮ ਜਨਤਾ ਨੂੰ ਲੱਗਿਆ ਕਿ ਠੀਕ ਹੈ ਜੀ, ਇਹ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਹੈਗਾ, ਸਾਨੂੰ ਮਾਸਕ ਦੇ ਕਿਸੇ ਪ੍ਰੀਕਾਸ਼ਨ ਦੀ ਵੀ ਲੋੜ ਨਹੀਂ ਹੈਗੀ ਹੈ, ਠੀਕ ਹੈ। ਲੇਕਿਨ ਅਲਟੀਮੇਟਲੀ ਜਦ ਤੁਹਾਡੀ ਇਮਿਊਨਿਟੀ ਹਾਈ ਹੋਏਗੀ ਤਾਂ ਜਿਹੜਾ ਵੀ ਵਾਇਰਸ ਹੈ ਉਹ ਵੀ ਤਾਂ ਆਪਣੇ ਆਪ ਨੂੰ ਮਿਊਟੈਂਟ ਕਰਕੇ ਆਪਣੇ ਆਪ ਨੂੰ ਸਟਰੋਂਗ ਕਰਕੇ ਵਾਪਸ ਆਏਗਾ ਨਾ, ਉਹ ਥੋੜੀ ਬੈਠਾ ਰਹੇਗਾ ਉਸ ਚੀਜ਼ ਨੂੰ। तो जब वो म्यूटेंट होके वापस आया, नवा वेरिएंट आया, ਇਹਨੂੰ ਪਹਿਲਾਂ ਹੀ ਗੱਲ ਪਤਾ ਸੀ ਕਿ ਕੌਮ 30 ਵੇਰੀਐਂਟ ਤਾਂ ਪਹਿਲਾਂ ਹੀ ਫਸਟ 30 ਸਟ੍ਰੇਨ ਸੀ ਜਿਹੜਾ ਆਪਾਂ ਸ਼ਾਇਦ ਗੱਲ ਕੀਤੀ ਅੱਜ ਤੋਂ ਸਾਲ ਪਹਿਲਾਂ ਬਿਲਕੁਲ ਇਹ ਗੱਲ ਕਿਹਾ ਸੀ ਕਿ 30 ਵੇਰੀਐਂਟਸ ਆਣਗੇ। ਸੋ ਉਹਨਾਂ ਨੂੰ ਪਹਿਲਾਂ ਪਲਾਨ ਪਤਾ ਹੋਣਾ ਚਾਹੀਦਾ ਸੀ ਕਿ ਜੇ 30 ਵੇਰੀਐਂਟ ਤੋਂ 21 ਵੇਰੀਐਂਟ ਵੀ ਅਸੀਂ ਰਜਿਸਟਰਡ ਹੋ ਕੇ ਆਏਗਾ ਤਾਂ ਸਾਨੂੰ ਉਹਨੂੰ ਸੰਭਾਲਣਾ ਮੁਸ਼ਕਿਲ ਹੋ ਜਾਣਾ ਹੈ। ਔਰ ਆਮ ਜਨਤਾ ਨੂੰ ਵੀ ਨੌਲੇਜ ਦੇਣੀ ਬਹੁਤ ਇੰਪੋਰਟੈਂਟ ਸੀ ਕਿ ਜਿਹੜਾ ਨਵਾਂ ਵੇਰੀਐਂਟ ਆਏਗਾ ਤੁਸੀਂ ਉਹਨੂੰ ਕੈਜੂਅਲੀ ਨਹੀਂ ਲੈਣਾ ਹੈਗਾ, ਉਹਦੇ ਖਿਲਾਫ ਪੂਰਾ ਲੜਾਈ ਐਜ਼ ਅ ਵਾਰਫੇਅਰ ਤੇ ਹੋਣੀ ਚਾਹੀਦੀ ਸੀ। ਬਿਲਕੁਲ। ਸੋ ਸ਼ਾਇਦ ਕਿਤੇ ਨਾ ਕਿਤੇ ਅਸੀਂ ਵਾਰਫੇਅਰ ਕੀ ਅਸੀਂ ਨਾਰਮਲ ਵੀ ਨਹੀਂ ਕੀਤਾ ਹੈ। ਮੇਰੇ ਖਿਆਲ ਇਸ ਚੀਜ਼ ਤੇ ਤਾਂ ਹਰੇਕ ਸਰਕਾਰ, ਜੇ ਭਾਵੇਂ ਕਿ ਉਹ ਵਿਕਸਿਤ ਦੇਸ਼ ਹੈ ਜਾਂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਨੇ, ਉਹਨਾਂ ਵਿੱਚ ਸਾਰਿਆਂ ਵਿੱਚ ਦੇਖਣ ਨੂੰ ਮਿਲੀ ਹੈ ਵੀ ਜਿਸ ਤਰ੍ਹਾਂ ਦੇ ਹਾਲਾਤ ਸੀਗੇ, ਕਿਸੇ ਵੀ ਸਰਕਾਰ ਨੇ ਉਸ ਤੋਂ ਕੋਈ ਸਿੱਖਿਆ ਨਹੀਂ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖਤਰਨਾਕ ਹੋਰ ਵੇਰੀਐਂਟ ਆਉਣਗੇ ਤੇ ਉਸ ਹਿਸਾਬ ਨਾਲ ਅਸੀਂ ਆਪਣੀ ਤਿਆਰੀ ਕਰੀਏ। ਕੈਨੇਡਾ ਵਿੱਚ ਵੀ ਉਸੇ ਚੀਜ਼ ਦੇਖਣ ਨੂੰ ਮਿਲੀ ਹੈ, ਭਾਰਤ ਦੇ ਵਿੱਚ ਤਾਂ ਕਿਉਂਕਿ ਦੇਖਣ ਨੂੰ ਮਿਲਣੀ ਸੀਗੀ, ਜਿਸ ਤਰ੍ਹਾਂ ਉੱਥੇ ਜਿੰਨੀ ਵੱਡੀ ਸੰਖਿਆ ਹੈ ਉਸ ਹਿਸਾਬ ਨਾਲ ਉੱਥੇ ਇਨਫਰਾਸਟ੍ਰਕਚਰ ਹੀ ਹੈ ਨਹੀਂ ਗਾ ਸਰਕਾਰ ਕੋਲ। ਇਨਫਰਾਸਟ੍ਰਕਚਰ ਦੀ ਗੱਲ ਇਹ ਹੈ ਕਿ ਦੇਖੋ ਰੈਲੀਆਂ ਪੋਲੀਟੀਕਲ ਉਹਨਾਂ ਨੇ ਆਪਣਾ ਮੋਟਿਵ ਨੂੰ ਸਿੱਧ ਕੀਤਾ ਹੈ, ਫਿਰ ਧਾਰਮਿਕ ਮੋਟਿਵ ਨੂੰ ਉਹਨਾਂ ਨੇ ਸਿੱਧ ਕੀਤਾ ਹੈ ਵੀ ਜਦ ਵੀ ਇਹ ਚੀਜ਼ ਹੋਈ ਹੈ, ਜਦ ਤੁਹਾਨੂੰ ਪਤਾ ਸੀ ਵੀ ਇਹ ਸਭ ਚੀਜ਼ ਹੋ ਰਹੀ ਹੈ, ਤੁਸੀਂ ਇੱਕੋ ਜਗ੍ਹਾ ਦੇ ਉੱਪਰ ਲੱਖਾਂ ਬੰਦੇ ਇਕੱਠੇ ਹੋ ਰਹੇ ਨੇ, ਹਜ਼ਾਰਾਂ ਰੈਲੀਆਂ 'ਚ ਇਕੱਠੇ ਹੋ ਰਹੇ ਨੇ, ਸਾਰਾ ਕੁਝ ਹੋ ਰਿਹਾ ਹੈਗਾ ਐਂਡ ਨੋਬਡੀ ਕੇਅਰਡ। ਅੱਜ ਆਪਾਂ ਉਸ ਚੀਜ਼ ਤੇ ਰੋਂਦੇ ਆ ਤਾਂ ਸਾਨੂੰ ਇਹ ਚੀਜ਼ ਉਸ ਟਾਈਮ ਕਿਉਂ ਨਹੀਂ, ਆਪਾਂ ਹਰ ਬੰਦਾ ਸੋਚਦਾ ਕਿ ਠੀਕ ਹੈ ਅੱਜ ਜਿਹੜਾ ਅਸੀਂ ਕੋਈ ਚੀਜ਼ ਕਰ ਰਹੇ ਆ ਤੁਹਾਡੇ ਕਰਮਾਂ ਦਾ ਫਰਕ ਤੁਹਾਨੂੰ ਸਾਹਮਣੇ ਭੁਗਤਣਾ ਪੈਣਾ ਨਾ, ਤਾਂ ਫਰਕ ਇਹ ਤੁਹਾਨੂੰ ਕਾਫੀ ਜਲਦੀ ਭੁਗਤਣਾ ਪੈ ਰਿਹਾ ਸ਼ਾਇਦ। ਬਿਲਕੁਲ। ਸੋ ਜੋ ਆਪਾਂ ਅੱਜ ਜੇ ਅਸੀਂ ਅੱਜ ਵੀ ਆਪਣੇ ਜਦ ਆਪਾਂ ਕੋਈ ਕਰਮ ਕਰਦੇ ਆ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਜੈਸੇ ਕੀ ਇਹਦਾ ਫਲ ਇਹਦਾ ਹੈਗਾ, ਅਸੀਂ ਉਹਨੂੰ ਭੁੱਲ ਜਾਂਦੇ ਆ, ਲੇਕਿਨ ਹੁਣ ਤੁਹਾਡੇ ਸਾਹਮਣੇ ਆ ਰਹੇ ਨੇ ਤਾਂ ਤੁਸੀਂ ਰੋ ਰਹੇ ਹੋ ਉਸ ਚੀਜ਼ ਦਾ। ਸੋ ਤੁਸੀਂ ਥੋੜਾ ਬੈਠ ਕੇ 2 ਮਿੰਟ ਆਪਣੇ ਆਪ ਤੇ ਸੋਚੋ ਤਾਂ ਸਹੀ ਨਾ। ਸੋ ਸਰਕਾਰਾਂ ਨੂੰ ਤਾਂ ਦੇਖੋ ਕੋਈ ਫਰਕ ਨਹੀਂ ਪੈਂਦਾ ਹੈ ਬਿਲਕੁਲ, ਲੇਕਿਨ ਆਮ ਜਿਹੜਾ ਹੈ ਉਹਨਾਂ ਨੂੰ ਤਾਂ ਫਰਕ ਪੈਂਦਾ ਨਾ, ਆਮ ਜਿਹਦਾ ਚਲਾ ਗਿਆ ਉਹਨੂੰ ਫਰਕ ਪੈਂਦਾ ਹੈ। ਸੋ ਇਹ ਸਾਰੀ ਚੀਜ਼ ਦਾ ਹੈ ਕਿਤੇ ਨਾ ਕਿਤੇ ਕਿ ਸਾਨੂੰ ਹਰ ਸਰਕਾਰ ਨੂੰ ਵੀ ਇਹ ਚਾਹੀਦਾ, ਮੈਂ ਹਰ ਸਰਕਾਰਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਪਲੀਜ਼ ਸਿਰਫ ਆਪਣਾ ਜਿਹੜਾ ਪਰਸਨਲ ਇੰਟਰਸਟ ਹੈ ਉਹਨੂੰ ਛੱਡ ਦਿਓ। ਕਿਤੇ ਨਾ ਕਿਤੇ ਸਾਡੀ ਜਿਹੜੀ ਸੋਲ ਸਰਚਿੰਗ ਉਹਨੂੰ ਕਰਨਾ ਜ਼ਰੂਰੀ ਹੈ, ਸਾਨੂੰ ਕੌਂਸ਼ੀਅਸ ਨੂੰ ਜਗਾਉਣਾ ਜ਼ਰੂਰੀ ਹੈ ਕਿ ਸਾਨੂੰ ਕਿਹਦੇ ਵਾਸਤੇ ਅਸੀਂ ਸਰਕਾਰ ਬਣੇ ਜੇ, ਕਿਹਦੇ ਵਾਸਤੇ ਅਸੀਂ ਬੈਠੇ ਹਾਂ, ਔਰ ਕਿਤੇ ਨਾ ਕਿਤੇ ਸਾਨੂੰ ਉਹਨਾਂ ਨੂੰ ਜ਼ਰੂਰ ਹੈਲਪ ਕਰਨਾ ਚਾਹੀਦਾ ਹੈਗਾ। ਹਰਕੀਰਤ ਜੀ, ਅੱਜ ਦੀ ਚਰਚਾ ਵਿੱਚ ਤੁਸੀਂ ਸ਼ਾਮਲ ਹੋਏ, ਆਪਣੇ ਵਿਚਾਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਅਗਲੇ ਹਫਤੇ ਫਿਰ ਤੁਹਾਡੇ ਲਈ ਇੱਕ ਨਵਾਂ ਸ਼ੋਅ ਨਵੇਂ ਕਰੰਟ ਇਸ਼ੂਜ਼ ਦੇ ਨਾਲ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।